अस्सलाम वालेकुम। तुसी वेख रहे हो जफर भाई ऑफिशियल चैनल। लो जी, ਆਪਾਂ ਅੱਜ ਦੀ ਕਹਾਣੀ ਤੇ ਅੱਜ ਦੇ ਕਿੱਸੇ ਨਾਲ ਹਾਜ਼ਰ ਖਿਦਮਤ। ਸੁਲਤਾਨ ਰਾਈ ਜਦੋਂ ਵੀ ਸਟੂਡੀਓ ਆਉਂਦੇ ਤੇ ਐਕਸਟਰਾ ਫਨਕਾਰਾਂ ਦੇ ਨਾਲ ਕੀ ਸਲੂਕ ਕਰਦੇ ਤੇ ਲੋਕ ਰਾਈ ਸਾਹਿਬ ਦੀ ਕਿਹੜੀ ਗੱਲ ਤੋਂ ਹਰ ਵਕਤ ਪਰੇਸ਼ਾਨ, हैरान और ताजुब रखते कि यार ये कैसा इंसान आ, ये की हो रहा वा। ਅੱਜ ਦੇ ਕਿੱਸੇ ਵਿੱਚ ਆਪਾਂ ਇਹੀ ਗੱਲਬਾਤ ਕਰਨ ਵਾਸਤੇ ਆਏ ਹਾਂ। ਕਿੱਸਾ ਜਿਹੜਾ ਵਾ ਇਹ ਤੁਹਾਨੂੰ ਕਿਸ ਤਰ੍ਹਾਂ ਸੁਣਾਉਣਾ ਵਾ, ਇਸ ਕਿੱਸੇ ਦੇ ਪਿੱਛੇ ਅਸਲ ਕੀ ਦਾਸਤਾਨ ਵਾ। ਲਓ ਜੀ, ਆਪਾਂ ਆਪਣਾ ਕਿੱਸਾ ਸ਼ੁਰੂ ਕਰਨ ਤੋਂ ਪਹਿਲੇ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਲਓ ਤਾਂ ਕਿ ਆਪਾਂ ਆਪਣੇ ਕਿੱਸੇ ਦੀ ਤਰਫ ਜਾ ਸਕੀਏ। ਔਰ ਖਾਸ ਕਰ ਜਨਾਬ ਇਹ ਵੀ ਗੱਲ ਕਰਨੀ ਆ ਕਿਉਂਕਿ ਅਸੀਂ ਜਨੂਬੀ ਪੰਜਾਬ ਦੇ ਰਹਿਣ ਵਾਲੇ ਹਾਂ। ਅੱਪਰ ਪੰਜਾਬ ਵਿੱਚ ਬਾਰਿਸ਼ਾਂ ਦੀ ਸੂਰਤ ਹਾਲ ਬਹੁਤ ਜ਼ਿਆਦਾ ਖਰਾਬ ਔਰ ਸੈਲਾਬ ਦੀ ਸ਼ਕਲ ਇਖਤਿਆਰ ਕਰ ਗਿਆ ਪਾਣੀ ਜਿਹੜਾ। ਤੇ ਸਾਡੀ ਦੁਆ ਵਾ ਅੱਲਾਹ ਪਾਕ ਰਹਿਮਤ ਫਰਮਾਏ, ਹਰ ਕਿਸੇ ਦੇ ਘਰ ਨੂੰ ਸਲਾਮਤ ਰੱਖੇ, ਹਰ ਕਿਸੇ ਦੇ ਜਿਹੜੇ ਫਰਜ਼ ਦਾ ਘਰ ਦੇ ਉਹ ਸਲਾਮਤ ਰੱਖੇ, ਆਮੀਨ। ਲਓ ਜੀ, ਆਪਾਂ ਆਪਣੇ ਕਿੱਸੇ ਨੂੰ ਸ਼ੁਰੂ ਕਰਦੇ ਹਾਂ। ਸੁਲਤਾਨ ਰਾਹੀ ਸਾਹਿਬ ਜਿਹੜੇ ਸੀ ਨਾ, ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਬਜ਼ਾਤੇ ਖੁਦ ਵੀ ਇੱਕ ਐਕਸਟਰਾ ਫਨਕਾਰ ਸੀ ਔਰ ਐਕਸਟਰਾ ਦੇ ਤੌਰ 'ਤੇ ਹੀ ਉਹ ਫਿਲਮੀ ਦੁਨੀਆ 'ਚ ਆਏ। ਔਰ ਫਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲੇ ਉਹਨਾਂ ਨੂੰ ਐਕਸਟਰਾ ਦੇ ਤੌਰ 'ਤੇ ਫਾਈਟਿੰਗ ਦਾ ਜਾਂ ਹਰ ਕਿਸਮ ਦਾ ਜਿਹੜਾ ਰੋਲ ਸੀ ਨਾ, ਆਪਣਾ ਸਟੈਂਟ ਕਰਨ ਦੀ ਉਹਨਾਂ ਨੂੰ ਤਰਬੀਅਤ ਲਈ ਗਈ ਕਿਉਂਕਿ ਉਹ ਕਿ ਰੋਜ਼ੀ ਕਮਾਉਣ ਦਾ ਇੱਕ ਵਾਹਿਦ ਜ਼ਰੀਆ ਸੀ। ਇਹ ਤਾਂ ਤੁਹਾਨੂੰ ਸਭ ਨੂੰ ਪਤਾ। ਫਿਰ ਜਨਾਬ ਰਾਹੀ ਸਾਹਿਬ ਜਿਹੜੇ ਸੀ ਨਾ, ਉਹ ਜਦੋਂ ਵੀ ਕਿਸੇ ਗੱਲ ਕਰਦੇ ਸੀ, ਜਦੋਂ ਕੋਈ ਗੱਲ ਐਸੀ ਸਾਹਮਣੇ ਆਉਂਦੀ ਸੀ ਕਿ ਹਰ ਹਦਾਇਤਕਾਰ ਜਿਹੜਾ ਸੀ ਨਾ ਉਹ ਰਾਹੀ ਸਾਹਿਬ ਤੋਂ ਪੂਰਾ ਮੁਤਮੈਨ ਹੁੰਦਾ ਸੀ। ਕਿਉਂਕਿ ਰਾਹੀ ਸਾਹਿਬ ਦੇ ਜ਼ਿਹਨ 'ਚ ਸ਼ਾਇਦ ਇਹ ਚੀਜ਼ ਹੁੰਦੀ ਸੀ, ਯਾਰ ਮੈਂ ਪੈਸੇ ਲਏ ਹੋਏ ਆ, ਜੇ ਮੈਂ ਪੈਸੇ ਲਏ ਹੋਏ ਆ ਤਾਂ ਫਿਰ ਮੈਨੂੰ ਸਮਾਨ ਵੀ ਜਿਹੜਾ ਨਾ ਉਹ ਅੱਛਾ ਔਰ ਆਲਾ ਦੇਣਾ ਚਾਹੀਦਾ। ਠੀਕ ਹੈ ਜੀ। ਔਰ ਇਹ ਜਿਹੜਾ ਨਾ ਇਹ ਇੱਕ ਸੁੱਚੇ ਔਰ ਆਲਾ ਜਿਹੜਾ ਨਾ ਬੰਦੇ ਦੀ ਇੱਕ ਨਿਸ਼ਾਨੀ ਹੁੰਦੀ ਆ। ਹਾਲਾਂਕਿ ਲੋਕ ਕਹਿੰਦੇ ਆ ਜੀ ਮੈਂ ਤਾਂ ਆਪਣੇ ਵੱਲੋਂ ਆਪਣਾ ਕੰਮ ਕਰਵਾਤਾ, ਹੁਣ ਤੁਹਾਡਾ ਸਹੀ ਹੋਇਆ ਬੁਰਾ ਹੋਇਆ ਮੈਨੂੰ ਨਹੀਂ ਪਤਾ। ਔਰ ਫਿਰ ਦੂਸਰੀ ਗੱਲ ਇਹ ਆ ਕਿ ਰਾਹੀ ਸਾਹਿਬ ਕਹਿੰਦੇ ਆ ਕਿ ਹਦਾਇਤਕਾਰਾਂ ਦੇ ਕੋਲੋਂ ਇੱਕ ਗੱਲ ਪੁੱਛਦੇ ਹੁੰਦੇ ਸੀ। ਕੀ ਗੱਲ ਸੀ ਉਹ ਅਕਸਰ ਔਕਾਤ ਹਾਲਾਂਕਿ ਇਹ ਬਣਦਾ ਨਹੀਂ ਸੀ ਹੈਗਾ ਪੁੱਛਣਾ। ਕਿਉਂਕਿ ਇਸ ਗੱਲ ਦੇ ਨਾਲ ਉਹਨਾਂ ਦਾ ਤਾਲੁਕ ਵਾਸਤਾ ਹੀ ਨਹੀਂ ਸੀ ਹੈਗਾ। ਅਤੇ ਰਾਹੀ ਸਾਹਿਬ ਨੇ ਨਾ ਕਹਿੰਦੇ ਆ ਕਿ ਜਦੋਂ ਵੀ ਕੋਈ ਸ਼ੂਟਿੰਗ ਜਾਂ ਜਦੋਂ ਵੀ ਸ਼ੂਟਿੰਗ ਕਰਨ ਦੇ ਸਿਲਸਿਲੇ ਨਾਲ ਜਾਣਾ ਨਾ, ਅਤੇ ਹਦਾਇਤਕਾਰ ਨੇ ਆਪਣੇ ਤਰੀਕੇ ਨਾਲ, ਹਾਲਾਂਕਿ ਹਦਾਇਤਕਾਰ ਨੇ ਆਪਣੇ ਤਰੀਕੇ ਦੇ ਨਾਲ ਸ਼ੂਟਿੰਗ ਕਰਵਾ ਲਈ ਆ, ਕੰਮ ਹੋ ਗਿਆ। ਹੁਣ ਜੋ ਇੱਕ ਫਰਜ਼ੀ ਗੱਲ ਆ, ਅਗਰ ਮੇਰੇ ਕਹਿਣ 'ਤੇ ਅਗਰ ਮੇਰਾ ਕੋਈ ਵਰਕਰ ਜਿਹੜਾ ਕੰਮ ਕਰ ਦੇਵੇ ਅਤੇ ਮੈਨੂੰ ਉੱਤੇ ਕੋਈ ਇਤਰਾਜ਼ ਦੇਣਾ ਬਣਦਾ ਨਹੀਂ ਕਿ ਯਾਰ ਇਹ ਕੰਮ ਸਹੀ ਨਹੀਂ ਹੋਇਆ, ਗਲਤ ਆ ਫਲਾਂਟ, ਕਿਉਂਕਿ ਮੈਂ ਖੁਦ ਕਰਵਾਇਆ। ਉਹ ਜਿਸ ਤਰ੍ਹਾਂ ਮੈਂ ਕਿਹਾ ਉਸੇ ਤਰ੍ਹਾਂ ਹੀ ਉਹਨੇ ਕਰ ਦਿੱਤਾ। ਫਿਰ ਵੀ ਕਹਿੰਦੇ ਆ ਕਿ ਹਦਾਇਤਕਾਰ ਜਿਹੜੇ ਸੀ ਨਾ, ਉਹ ਜਦੋਂ ਵੀ ਰਾਹੀ ਸਾਹਿਬ ਕੋਲ ਕੰਮ ਲੈ ਲੈਂਦੇ ਸੀ ਨਾ, ਅਤੇ ਰਾਹੀ ਸਾਹਿਬ ਇੱਕ ਲਫ਼ਜ਼ ਪੁੱਛਦੇ ਹੁੰਦੇ ਸੀ। ਕਿ ਰਾਹੀ ਸਾਹਿਬ ਨੇ ਕਹਿਣਾ, ਹਾਂਜੀ ਜਨਾਬ ਇਹ ਦੱਸੋ ਕਿ ਤੁਹਾਨੂੰ ਮੇਰਾ ਕੰਮ, ਇਹ ਸ਼ੂਟਿੰਗ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਸੀ ਕਿਆ ਉਸ ਤਰ੍ਹਾਂ ਹੀ ਹੋਈ ਆ ਜਾਂ ਕਿ 'ਚ ਕੋਈ ਫ਼ਰਕ ਆ? ਅਗਰ ਫ਼ਰਕ ਰਹਿ ਗਿਆ ਤਾਂ ਮੈਨੂੰ ਦੱਸੋ ਤਾਂ ਕਿ ਮੈਂ ਦੁਬਾਰਾ ਤੁਹਾਨੂੰ ਸ਼ੂਟਿੰਗ ਕਰਵਾ ਕੇ ਅਤੇ ਤੁਹਾਡੀ ਮਰਜ਼ੀ ਦੇ ਮੁਤਾਬਕ ਔਰ ਜੋ ਆਵਾਮ ਚਾਹ ਰਹੀ ਹੈ ਨਾ ਉਹਦੀ ਮਰਜ਼ੀ ਦੇ ਮੁਤਾਬਕ ਜਿਹੜਾ ਮੈਂ ਤੁਹਾਨੂੰ ਕੰਮ ਦੇ ਸਕਾਂ। ਹਾਲਾਂਕਿ ਸੱਚ ਪੁੱਛੋ ਨਾ ਤਾਂ ਇਹ ਕਿਸੇ ਜਗ੍ਹਾ 'ਤੇ ਵੀ ਨਹੀਂ ਹੈਗਾ, ਕਿਉਂਕਿ ਜਦੋਂ ਕੋਈ ਬੰਦਾ ਆਪਣੀ ਮਰਜ਼ੀ ਨਾਲ ਕਰਦਾ, ਮਿਸਤਰੀ ਆ, ਮਜ਼ਦੂਰ ਆ, ਕਾਰੀਗਰ ਵਾ, ਇੰਜੀਨੀਅਰ ਆ, ਅਗਰ ਕੋਈ ਮਿਲ ਓਨਰ ਜਾਂ ਮਿਲ ਮਾਲਕ ਕਿਸੇ ਵੀ ਜਗ੍ਹਾ ਦਾ ਆਪਣੀ ਮਰਜ਼ੀ ਨਾਲ ਕੰਮ ਕਰਵਾ ਲਵੇ ਨਾ, ਉਹ ਕਿਸੇ ਨੂੰ ਜਿਹੜੇ ਮਿਸਤਰੀ ਮਜ਼ਦੂਰ ਜਾਂ ਉਹਦੇ ਇੰਜੀਨੀਅਰ ਜਾਂ ਉਹਦੇ ਜਿਹੜੇ ਕੰਮ ਕਰਨ ਵਾਲੇ ਨਾ, ਉਹ ਮਜਾਜ਼ ਨਹੀਂ ਹੁੰਦੇ ਕਿ ਉਹ ਪੁੱਛੇ ਉਹਨਾਂ ਨੂੰ ਭਾਈ ਕੰਮ ਠੀਕ ਹੋਇਆ,
ਜਾਂ ਦੁਬਾਰਾ ਕਰਵਾ ਦਈਏ, ਕਿਉਂਕਿ ਉਹਨਾਂ ਆਪਣੀ ਮਰਜ਼ੀ ਨਾਲ ਕੰਮ ਕਰਵਾ ਚੁੱਕਿਆ ਹੁੰਦਾ। ਇਹ ਰਾਏ ਸਾਹਿਬ ਦੀ ਬਹੁਤ ਵੱਡੀ ਬੜਾਈ ਸੀ ਕਿ ਜਿਹੜਾ ਨਾ ਉਹ ਕੰਮ ਨੂੰ ਕਹਿੰਦੇ ਸੀ ਕਿ ਮੈਂ ਪੈਸੇ ਲਏ ਆ ਅਤੇ ਕੰਮ ਗਲਤ ਨਹੀਂ ਹੋਣਾ ਚਾਹੀਦਾ। ਹੁਣ ਜਨਾਬ ਆਪਾਂ ਅਸਲ ਵਾਕਿਆ ਵੱਲ ਜਾਂਦੇ ਹਾਂ ਕਿ ਉਹ ਐਕਸਟਰਾ ਲੋਕਾਂ ਨਾਲ, ਐਕਸਟਰਾ ਫਨਕਾਰ ਨਾਲ ਕੀ ਐਸਾ ਕੰਮ ਕਰਦੇ ਹੁੰਦੇ ਸੀ ਕਿ ਅਕਸਰ ਹਦਾਇਤਕਾਰ, ਅਕਸਰ ਲੋਕ ਪਰੇਸ਼ਾਨ ਹੋ ਜਾਣੇ, ਯਾਰ ਰਾਏ ਸਾਹਿਬ ਕੀ ਐਵੇਂ ਟਾਈਮ ਜ਼ਾਇਆ ਕਰਦੇ ਰਹਿੰਦੇ। ਲਓ ਜੀ ਆਪਾਂ ਇਸ 'ਤੇ ਗੱਲਬਾਤ ਕਰਦੇ ਹਾਂ। ਹਾਂਜੀ ਜਨਾਬ, ਗੱਲ ਇਹ ਸੀ ਕਿ ਜਦੋਂ ਵੀ ਰਾਏ ਸਾਹਿਬ ਨੇ ਕਹਿੰਦੇ ਆਉਣਾ ਨਾ ਸਟੂਡੀਓ ਆਉਣਾ, ਅਤੇ ਰਾਏ ਸਾਹਿਬ ਐਵੇਂ ਲੰਘ ਰਹੇ ਆ, ਵਕਤ ਤਾਂ ਉਹਨਾਂ ਨੂੰ ਪਿਆ ਹੁੰਦਾ ਸੀ ਕਿਉਂਕਿ ਇੱਕ ਦਿਨ 'ਚ ਪਤਾ ਨਹੀਂ 10 ਸ਼ੂਟਿੰਗਾਂ ਹੁੰਦੀਆਂ ਸੀ, ਟਾਈਮ ਤਾਂ ਹੁੰਦਾ ਨਹੀਂ ਸੀ। ਫਿਰ ਵੀ ਯਾਰ ਉਹ ਐਸਾ ਆਦਮੀ ਸੀ ਕਿ ਉਹਨੇ ਬੈਠਾ ਹੋਣਾ ਨਾ ਕਿ ਜਿਹੜੇ ਫਿਲਮੀ ਐਕਸਟਰਾ ਫਨਕਾਰ ਮਜ਼ਦੂਰ ਟਾਈਪ ਦੇ ਲੋਕ, ਮਕਸਦ ਇਹ ਆ ਕਿ ਉਹ ਬੈਠੇ ਹੋਣੇ ਨਾ, ਉਹਨੇ ਵੇਖਣਾ ਨਾ ਕਿ ਬੈਠੇ ਆ 5-7 ਆਦਮੀ, ਅਤੇ ਉਹਨੇ ਕਹਿਣਾ ਯਾਰ ਸ਼ਾਇਦ ਅੱਜ ਇਹਨਾਂ ਦੀ ਦਿਹਾੜੀ ਨਹੀਂ ਲੱਗੀ ਜਾਂ ਇਹਨਾਂ ਕੋਲ ਰੋਜ਼ੀ ਨਹੀਂ ਹੈ, ਕਿਉਂ ਨਾ ਚਲ ਪਹਿਲੇ ਇਹਨਾਂ ਨੂੰ ਪੁੱਛ ਲਈਏ। ਜਾਣਾ ਜਾ ਕੇ ਅਤੇ ਦੇਖੋ ਕਿਸੇ ਦੀ ਇੱਜ਼ਤ ਨਫਸ ਵੀ ਮਜਰੂਹ ਨਾ ਹੋਵੇ, ਐਸਾ ਕੰਮ ਕਰਨਾ। ਜਾ ਕੇ ਬਹਿਣਾ, ਖਲੋਣਾ, ਉਹ ਆਓ ਜੀ ਰਾਏ ਸਾਹਿਬ ਆਓ ਜੀ, ਆਓ। ਉਹਨੇ ਕੁਰਸੀ ਬੰਦ ਕਰਨਾ, ਔਰ ਠਹਿਰ ਜਾਓ ਯਾਰ, ਬਹਿ ਜਾਣਾ ਉੱਥੇ ਹੀ। ਬੈਠ ਕੇ ਉਹਨੇ ਕਹਿਣਾ ਯਾਰ ਮੇਰਾ ਕੰਮ 'ਤੇ ਘਰ ਆਓ। ਉਹਨੇ ਕਹਿਣਾ ਦੱਸੋ ਰਾਏ ਸਾਹਿਬ ਕੀ ਕੰਮ ਆ, ਕਿਉਂਕਿ ਉਹਨੇ ਪਤਾ ਕੀ ਕਹਿਣਾ, ਉਹਨੇ ਕਹਿਣਾ ਮੈਂ ਅੱਜ ਦੇਖਦਾ ਵਾਂ ਤੁਹਾਡੇ 'ਚੋਂ ਫੁਰਤੀ, ਤੁਹਾਡੇ 'ਚੋਂ ਪਾਵਰ ਅੱਜ ਵੀ ਸਲਾਮਤ ਆ ਜਾਂ ਕਿ ਬਹਿ ਕੇ ਰੋਟੀਆਂ ਤੋੜ ਕੇ ਖਰਾਬ ਹੋ ਗਏ ਹੋ। ਇਹ 1000 ਰੁਪਇਆ ਵਾ, ਮੇਰੇ ਵਾਸਤੇ ਪਾਨ ਲੈ ਕੇ ਆਓ। ਅਗਰ ਤੁਸੀਂ ਪਾਨ ਜਿਹੜਾ ਬੰਦਾ ਪਹਿਲੇ ਲੈ ਕੇ ਆ ਗਿਆ ਨਾ, ਇਹ 1000 ਰੁਪਇਆ ਉਹਦਾ, ਹਾਲਾਂਕਿ ਪਾਨ ਉਦੋਂ ਮੈਂ ਕਿਹਾ 10 ਰੁਪਏ ਦਾ ਸੀ। ਅੱਛਾ ਜੀ, ਉਹ 2-3 ਐਕਸਟਰਾ ਫਨਕਾਰ ਜਿਹੜੇ ਸੀ, ਉੱਠਣਾ ਉਹਨਾਂ ਨੇ, ਨੱਸਣਾ ਭੱਜਣਾ, ਇਹ ਗੱਲ ਆ। ਉਹ ਕਿਸੇ ਨੇ ਜਿਹੜਾ ਦੌੜ ਭੱਜ ਕੇ ਪਾਨ ਪਹਿਲੇ ਲੈ ਆਉਣਾ, ਜਿਹੜਾ ਪਹਿਲੇ ਲੈ ਆਇਆ ਨਾ, ਵਾਹ ਯਾਰ ਵਾਹ ਕਿਆ ਬਾਤ ਆ, ਤੂੰ ਤਾਂ ਬਾਬਾ ਅੱਜ ਵੀ ਫਿੱਟ। ਲੇਕਿਨ ਬਈ ਤੂੰ ਵੀ ਫਿੱਟ ਕਰ ਆਪਣੇ ਆਪ ਨੂੰ, ਤੂੰ ਵੀ ਫਿੱਟ ਹੋ, ਅਤੇ ਮਸਲਾ ਕੋਈ ਗੱਲਬਾਤ ਲੈਣਾ ਦੇਣਾ ਹੈ ਹੀ ਕੁਛ ਨਹੀਂ। ਉਹਨਾਂ ਸਾਰਿਆਂ ਬੈਠਿਆਂ ਨੂੰ 500, 700, 1000 ਦੇ ਕੇ ਉੱਠ ਪੈਣਾ, ਹਾਂ ਯਾਰ ਮਿਹਨਤ ਕਰੋ, ਅਤੇ ਸਿਰਫ ਔਰ ਸਿਰਫ ਨੀਅਤ ਇਹ ਹੋਣੀ ਕਿ ਯਾਰ ਕਿ ਵਿਹਲੇ ਬੈਠੇ ਸ਼ਾਇਦ ਇਹਨਾਂ ਨੂੰ ਅੱਜ ਦਿਹਾੜੀ ਨਹੀਂ ਲੱਗੀ, ਕਿਉਂ ਨਾ ਕੁਛ ਹੈਲਪ ਕਰ ਜਾਓ। ਅਤੇ ਉਹਨਾਂ ਨੇ ਕਹਿਣਾ ਸ਼ਾਇਦ ਰਾਏ ਸਾਹਿਬ ਨੇ ਪਾਨ ਦੀ ਖੁਸ਼ੀ 'ਚ ਨਾ ਨਸਾਇਆ ਭਜਾਇਆ ਅਤੇ ਇਨਾਮ ਮਿਲਿਆ, ਇੱਜ਼ਤ ਨਫਸ ਵੀ ਮਜਰੂਰ ਨਾ ਹੋਵੇ। ਫਿਰ ਅਕਸਰ ਔਕਾਤ ਬੈਠੇ ਹੋਣਾ, ਜਦੋਂ ਕਦੀ ਕਿਤੇ ਆਉਣਾ ਜਾਂ ਲੰਘਣਾ, ਕਿਤੇ ਬੈਠੇ ਆ, ਖਾਣੇ ਦਾ ਟਾਈਮ ਹੋਇਆ ਅਤੇ ਕੋਈ ਫਨਕਾਰ, ਐਕਸਟਰਾ ਫਨਕਾਰ ਘਰੋਂ ਕਿਸੇ ਦੇ ਖਾਣਾ ਆਇਆ, ਕਿਸੇ ਦੇ ਨਹੀਂ ਆਇਆ, ਦੇਖਣਾ। ਉਹਨੇ ਕਹਿਣਾ ਓਏ ਯਾਰ ਗੱਲ ਸੁਣੋ, ਕੋਈ ਤੁਸੀਂ ਵਿਹਲੇ ਹੋ? ਹਾਂਜੀ ਰਾਏ ਸਾਹਿਬ ਵਿਹਲੇ, ਕੀ ਕਰ ਰਹੇ ਹੋ? ਰੋਟੀ ਖਾ ਰਹੇ। ਠਹਿਰੋ ਯਾਰ ਠਹਿਰੋ, ਇਹ ਗੱਲ ਅੱਜ ਤਾਂ ਮੈਨੂੰ ਬੜੀ ਭੁੱਖ ਲੱਗੀ ਹੈ। ਕਹਿੰਦਾ ਜਾ ਕੜਾਹੀ ਬਣਵਾ ਕੇ ਲਿਆ, 2-3 ਕਿਲੋ ਗੋਸ਼ਤ ਬਣਵਾ ਲਿਆ। ਉਹ ਕੜਾਹੀ 3-4 ਕਿਲੋ ਗੋਸ਼ਤ ਬਣਵਾ ਲੈਣਾ, ਬਣਵਾ ਕੇ ਰਾਏ ਸਾਹਿਬ ਨੂੰ ਆਪਣੀ ਕਿੱਥੋਂ ਸ਼ੌਕ ਆ ਗਿਆ। ਉਹਨਾਂ ਨੇ ਰੋਟੀਆਂ ਸਾਈਡ 'ਤੇ ਕਰ ਰਹੀਆਂ, ਆਓ ਸ਼ੁਰੂ ਹੋ ਜਾਓ, ਇਹ ਖਾਓ। ਅਤੇ ਆਪ 2 ਬੁਰਕੀਆਂ ਕਹਿੰਦੇ ਲਾਉਣੀਆਂ, 2 ਨਵਾਲੇ ਲੈਣੇ, ਲਾ ਕੇ ਨਾ ਕਹਿੰਦੇ ਯਾਰ ਅੱਛੀ ਬਣੀ ਆ, ਬਹੁਤ ਅੱਛੀ ਬਣੀ। ਓਏ ਹੋ ਯਾਰ ਮੇਰਾ ਤਾਂ ਟਾਈਮ ਬੜਾ ਵੇਸਟ ਹੋ ਗਿਆ ਯਾਰ। ਅੱਛਾ ਕਦੀ ਟਾਈਮ ਮਿਲਿਆ ਆਪਾਂ ਫਿਰ ਇਕੱਠੇ ਬੈਠ ਖਾਵਾਂਗੇ। ਅਤੇ ਇਹ ਮੰਗਵਾਈ ਹੀ ਉਹਨਾਂ ਵਾਸਤੇ ਹੋਣੀ, ਲਓ ਯਾਰ ਖਾਓ ਪੀਓ ਅਤੇ ਜਾਓ ਐਸ਼ ਕਰੋ। ਲਓ ਜੀ, ਇਹ ਸੀ ਰਾਹੀ, ਇਹ ਸੀ ਉਹ ਖਿਦਮਤ ਕਰਨ ਵਾਲਾ, ਖਿਦਮਤ ਖਲਕ ਕਰਨ ਵਾਲਾ, ਜਿਹੜਾ ਇਨਸਾਨੀਅਤ ਦੇ ਵਾਸਤੇ ਹੀ ਸ਼ਾਇਦ ਪੈਦਾ ਹੋਇਆ ਸੀ। ਔਰ ਉਹਨੇ ਸਟੋਰੀ ਦੇ ਅੰਦਰ ਔਰ ਬਾਹਰ ਕੋਈ ਬੰਦਾ ਨਹੀਂ ਐਸਾ ਛੱਡਿਆ ਜਿਹਦੀ ਹੈਲਪ ਨਾ ਕੀਤੀ ਹੋਵੇ। ਇਸ ਵਾਸਤੇ ਜਨਾਬ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਮੈਂ ਹੁਣ ਤੱਕ ਇਹ ਸਾਰੇ ਕਿਸੇ ਵਿਸੇ ਖ਼ਤਮ ਕਰ ਦਿੰਦਾ, ਪਰ ਰਾਹੀ ਕਿਉਂਕਿ ਦਰਵੇਸ਼ ਸੀ, ਉਸ ਦਰਵੇਸ਼ ਦਾ ਨਾ ਮੈਨੂੰ ਗੱਲਬਾਤ ਕਰਨ ਵਿੱਚ ਕੁਛ ਸਕੂਨ ਜਿਹਾ ਮਹਿਸੂਸ ਹੁੰਦਾ, ਇਸ ਵਾਸਤੇ ਮੈਂ ਹਾਲੇ ਤੱਕ ਲੱਗਾ ਹੋਇਆ। ਚਲੋ ਜੀ, ਆਇੰਦਾ ਇੰਸ਼ਾਅੱਲਾ ਨਵੇਂ ਕਿਸੇ ਨਾਲ ਹਾਜ਼ਰ ਖਿਦਮਤ ਹੋਵਾਂਗੇ। ਉਨੀ ਦੇਰ ਵਾਸਤੇ ਮੈਨੂੰ ਇਜਾਜ਼ਤ ਦਿਓ। अस्सलाम वालेकुम।